ਅੱਜ ਸਾਡੇ ਵਿਧਾਨ ਸਭਾ ਦਾ ਸੈਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਮੁੱਦੇ ਤੇ ਹੋਇਆ। ਕਿਸਾਨੀ ਦੇ ਇਸ਼ੂਜ਼ ਤੇ ਜਿਹੜੇ 3 ਬਿੱਲ ਹੁਣ ਐਕਟ ਬਣ ਗਏ ਨੇ ਦਿੱਲੀ ਪਾਰਲੀਮੈਂਟ ਦੇ ਵਿੱਚ। ਪਲੀਜ਼ ਸਾਇਲੈਂਟ। ਜਿਹੜੇ ਬਿੱਲ ਬਣ ਗਏ ਸੇ ਐਕਟ ਬਣ ਗਏ ਨੇ ਪਾਰਲੀਮੈਂਟ ਵਿੱਚ ਆ ਗਏ। ਉਹਨਾਂ ਨੂੰ ਬੈਂਸ ਸਾਹਿਬ ਨੂੰ ਬੁਲਾ ਲੈਂਦੇ। ਬੈਂਸ ਸਾਹਿਬ ਨਹੀਂ ਖੜੇ। ਬੈਂਸ ਸਾਹਿਬ ਕਿੱਧਰ ਨੇ? ਐਨੀਵੇ ਸੌਰੀ ਉਹ ਅਸੀਂ ਸਾਡੇ ਵਿਧਾਨ ਸਭਾ ਨੇ ਯੂਨੈਨਿਮਸਲੀ ਉਹਨਾਂ ਨੂੰ ਰਿਜੈਕਟ ਕੀਤਾ। ਅਸੀਂ ਆਪਣੇ ਤੌਰ ਤੇ ਬਿੱਲ ਅਡੋਪਟ ਕੀਤੇ ਨੇ ਕੁਝ ਐਂਡ ਅਸੀਂ ਉਹ ਅੱਜ ਸਾਰੇ ਯੂਨੈਨਿਮਸਲੀ ਅੱਜ ਸਾਰੇ ਉਰੇ ਪਹੁੰਚੇ ਨੇ ਰਾਜ ਭਵਨ। ਗਵਰਨਰ ਸਾਹਿਬ ਨੂੰ ਉਹ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹਨਾਂ ਦੀ ਕਾਪੀਆਂ ਦਿੱਤੀਆਂ ਨੇ ਔਰ ਰਿਕੁਐਸਟ ਅਸੀਂ ਕੀਤੀ ਹੈ ਉਹਨਾਂ ਨੂੰ ਕਿ ਇਹਦੀ ਆਪਣੀ ਮਨਜ਼ੂਰੀ ਦੇਣ ਜਿੰਨੀ ਜਲਦੀ ਇਹ ਦੇ ਸਕਦੇ ਨੇ। ਸੋ ਦੈਟ ਇਜ਼ ਇਹ ਮੇਰੇ ਵੱਲੋਂ ਸਾਡੇ ਵੱਲੋਂ ਇਹ ਹੈ। ਮੈਂ ਧੰਨਵਾਦੀ ਹਾਂ ਸਾਰਿਆਂ ਦਾ, ਆਮ ਆਦਮੀ ਪਾਰਟੀ ਦਾ ਹਰਪਾਲ ਜੀ ਦਾ, ਢਿੱਲੋਂ ਸਾਹਿਬ ਦਾ, ਲੋਕ ਇਨਸਾਫ ਪਾਰਟੀ ਦਾ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ 100% ਯੂਨੈਨਿਮਿਟੀ ਸੀ ਹਾਊਸ ਦੇ ਵਿੱਚ ਔਰ ਇੱਕ ਬਹੁਤ ਅੱਛਾ ਲੱਗਦਾ ਹੈ ਇਹ ਜਿਹੜਾ ਆਪਣਾ ਮਾਹੌਲ ਅੱਜ ਬਣਿਆ ਸੀ ਔਰ ਸਾਰੀ ਪੰਜਾਬ ਕਿਸਾਨੀ ਦੇ ਹੱਕ ਵਿੱਚ। ਔਰ ਸਿਰਫ ਪੰਜਾਬ ਕਿਸਾਨੀ ਨਹੀਂ, ਇਹਦਾ ਅਸਰ ਹਰਿਆਣੇ ਜਾਓ, ਰਾਜਸਥਾਨ ਜਾਓ, ਜਿੱਥੇ ਜਿੱਥੇ ਕਿਸਾਨ ਵਸਦੇ ਨੇ ਔਰ 80% ਹਿੰਦੁਸਤਾਨ ਪਿੰਡਾਂ 'ਚ ਰਹਿੰਦਾ ਉਹ ਸਾਰਿਆਂ ਨੂੰ ਆਵਾਜ਼ ਸਾਡੀ ਪਹੁੰਚੂਗੀ ਉੱਥੇ। ਲੇਕਿਨ ਸੀਐਮ ਸਾਹਿਬ ਇੱਕ ਖਦਸ਼ਾ ਹੈਗਾ, ਸਾਰੇ ਪੰਜਾਬ ਨੂੰ ਖਦਸ਼ਾ ਹੈਗਾ ਕਿ ਗਵਰਨਰ ਪੰਜਾਬ ਨੇ ਇਹਨਾਂ ਬਿੱਲਾਂ 'ਤੇ ਸਾਈਨ ਨਹੀਂ ਕਰਨੇ ਹੈਗੇ। ਲੋਕ ਦੇਖੋ ਗੱਲ ਹੈ ਪਹਿਲਾਂ ਗਵਰਨਰ ਸਾਹਿਬ ਕੋਲ ਜਾਂਦਾ ਦੈਨ ਇਟ ਗੋਜ਼ ਟੂ ਰਾਸ਼ਟਰਪਤੀ ਜੀ, ਫਿਰ ਇਹ ਬਿੱਲ ਬਣਦਾ ਨਹੀਂ ਹੈ ਦੈਨ ਵੀ ਹੈਵ ਦੀ ਅਦਰ ਮੈਥਡ ਵਿਚ ਇਜ਼ ਦ ਲੀਗਲ ਮੈਥਡਸ। ਅਗਰ ਕੌਨਸਟੀਟਿਊਸ਼ਨਲ ਹੈਡ ਸਾਡੇ ਨਹੀਂ ਸਾਈਨ ਕਰਨਗੇ ਆਈ ਐਮ ਹੋਪਫੁਲ ਕਿ ਗਵਰਨਰ ਸਾਹਿਬ ਇਸ ਨੂੰ ਜ਼ਰੂਰ ਧਿਆਨ ਦੇਣਗੇ ਬਿਕੋਜ਼ ਇਟ ਇਜ਼ ਯੂਨੈਨਿਮਸ ਐਂਡ ਇਜ਼ ਗਵਰਨਰ ਆਫ ਪੰਜਾਬ ਐਂਡ ਪੰਜਾਬ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚੋਂ ਆਈ ਹੈ। ਐਜ਼ ਗਵਰਨਰ ਆਫ ਪੰਜਾਬ ਹੀ ਸ਼ੁੱਡ ਡੂ ਦਿਸ। ਔਰ ਮੈਂ ਅਸੀਂ ਟਾਈਮ ਵੀ ਮੰਗਿਆ ਹੁਣ ਰਾਸ਼ਟਰਪਤੀ ਜੀ ਤੋਂ ਆਲਰੇਡੀ ਕਿ 2 ਔਰ 5 ਨਵੰਬਰ ਦੇ ਦਰਮਿਆਨ ਮੈਂ ਸੁਣਿਆ ਉਹਨਾਂ ਨੂੰ ਟਾਈਮ ਹੈ, ਉਹ ਸਾਨੂੰ ਕੋਈ ਟਾਈਮ ਦੇ ਦੇਣ। ਸਾਰਾ ਵਿਧਾਨ ਸਭਾ ਉੱਥੇ ਜਾਊਗਾ ਉਹਨਾਂ ਨੂੰ ਮਿਲਣ ਲਈ। ਸਰ ਕੋਈ ਤੁਸੀਂ ਟਾਈਮ ਮੁਕਰਰ ਕੀਤਾ ਵੀ ਕਿੰਨੇ ਦੇਰ ਤੁਸੀਂ ਵੇਟ ਕਰੋਗੇ ਇਹਦੇ ਵਾਸਤੇ? ਨੋ 2 to 5 ਵੀ ਗੋਇੰ ਟੂ ਸੀ ਦ ਪ੍ਰੈਜ਼ੀਡੈਂਟ। ਉਦੋਂ ਤਾਂ ਇਹਨਾਂ ਦੇ ਕੋਲ 2 ਹਫ਼ਤੇ ਹੈ ਐਂਡ ਦੈਨ ਵੀ ਵਿਲ ਸੀ ਦ ਪ੍ਰੈਜ਼ੀਡੈਂਟ। ਇਫ ਨਾਟ then there is always a legal remedy. ਸੀਐਮ ਸਾਹਿਬ ਜਿਹੜੀਆਂ 3 ਬਿੱਲ ਅੱਜ ਤੁਸੀਂ ਪੇਸ਼ ਵੀ ਕੀਤੇ ਹੈਗੇ ਨੇ ਤੇ ਉਹਨਾਂ 4 ਬਿੱਲ ਸੀਗੇ ਜਿਹੜੇ ਉਹਨਾਂ 'ਚ ਖਾਸੀਅਤਾਂ ਕੀ ਹੈਗੀਆਂ ਨੇ ਜਿਹੜਾ ਤੁਸੀਂ ਪਲਟਦੇ ਨੇ ਕੇਂਦਰ? ਦੇਖੋ ਜਿਹੜੇ ਅਸੀਂ ਉਹਨਾਂ ਨੂੰ ਜਿਹੜੇ ਉਹਨਾਂ ਨੇ ਕਿਹਾ ਪਾਵਰਸ ਲੈ ਲਿੱਤੇ ਨੇ, ਜਿਹੜੀ MSP ਖਤਮ ਕਰ ਦਿੱਤੀ, FCI ਖਤਮ ਕਰ ਦਿੱਤੀ, ਕਈ ਚੀਜ਼ਾਂ ਨੇ ਬਿੱਲ ਬਿਜਲੀ ਦਾ ਵੀ ਬਿੱਲ ਹੈ ਉਹਦੇ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਹੁਣ ਲਿਆ ਰਹੇ ਹਾਂ। ਕੁਝ ਕੱਲ੍ਹ ਅੱਜ ਆ ਗਈਆਂ, ਕੁਝ ਕੱਲ੍ਹ ਨੂੰ ਆ ਜਾਣਗੀਆਂ। ਆਈ ਥਿੰਕ ਦੇ ਆਰ 4 ਫਾਰਮਰਸ ਬਿਲਸ ਕਮਿੰਗ ਟਮੋਰੋ ਅਤੇ ਸਾਰਾ ਕੁਝ ਆਪਣੇ ਕਿਸਾਨਾਂ ਦੀ ਪ੍ਰੋਟੈਕਸ਼ਨ ਵਾਸਤੇ ਹੈ। ਲੇਕਿਨ ਸਰ ਜਿਹੜੇ ਮੱਕੀ ਬੀਜਦੇ ਨੇ ਜਾਂ ਕਾਟਨ ਬੈਲਟ ਵਾਲੇ ਫਾਰਮਰ ਹੈਗੇ ਨੇ ਉਹ ਵੀ ਕਹਿੰਦੇ ਸੀਗੇ ਕਿ ਸਾਨੂੰ MSP ਤੇ ਅਸ਼ੋਰੈਂਸ ਚਾਹੀਦੀ ਹੈਗੀ ਹੈ। ਸਾਡੇ ਘੱਟ ਮੱਕੀ ਵੀ ਵਿਕ ਰਹੀ ਆ, ਕਪਾਹ ਵੀ ਸਾਡੀ ਘੱਟ ਵਿਕ ਰਹੀ ਹੈਗੀ ਆ। ਉਹ ਤਾਂ ਅਸੀਂ ਉਹ ਕਹਿ ਰਹੇ ਹਾਂ ਅਸੀਂ ਉਹ ਨਾਟ ਓਨਲੀ ਫਾਰਮਰ ਘੱਟ ਪਰਚੇਜ਼ ਕਰ ਰਹੇ ਹੋ ਉਹਨਾਂ ਵਾਸਤੇ ਕੋਈ ਸਜ਼ਾ ਦਾ ਪ੍ਰਾਵਧਾਨ ਕਰੇਂਗੇ ਉਹ ਤੁਸੀਂ ਬਿਲਸ ਨੂੰ ਤਾਂ ਪੇਸ਼ ਹੋਣ ਦਿਓ। ਬਿਲਸ ਆਰ ਕਮਿੰਗ ਟਮੋਰੋ, ਦੇਰ ਆਰ ਸਮ ਬਿਲਸ ਕਮਿੰਗ। ਇਹ ਸਾਰੇ ਕਿਸਾਨ ਪ੍ਰਤੀ ਬਿੱਲ ਨੇ ਐਂਡ ਉਹ ਸਾਰਾ ਤੁਹਾਡੇ ਸਾਹਮਣੇ ਆ ਜਾਊਗਾ। ਸੀਐਮ ਸਾਹਿਬ ਉਹਦੇ ਵਿੱਚ ਕੋਈ ਐਸਾ ਦਾ ਕਲੌਜ਼ ਹੈਗਾ, ਕੋਈ ਕਾਨੂੰਨ ਹੈਗਾ ਸੀਐਮ ਸਾਹਿਬ ਇੱਧਰ ਐਸਾ ਕਾਨੂੰਨ ਹੈਗਾ ਕਿ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ? ਮੈਂ ਗੱਲ ਕਰ ਰਿਹਾ ਹਾਂ ਦੱਸ ਰਹੀ ਜੇ FCI ਖਰੀਦ ਬੰਦ ਕਰ ਦਿੰਦੀ ਹੈ ਪੰਜਾਬ ਦੇ ਤੇ ਫਿਰ ਕੀ ਕਰੋਗੇ ਪੰਜਾਬ? ਲੈਟ ਅਸ ਵੇਟ ਸਟੈਪ ਬਾਈ ਸਟੈਪ। ਹਾਲੇ ਤਾਂ ਪਹਿਲਾ ਸਟੈਪ ਹੋਇਆ, ਲੈਟ ਅਸ ਸੀ ਕਿ ਕੈਸੇ ਚੱਲਦਾ। ਜਿਸ ਤਰ੍ਹਾਂ ਤੁਹਾਡੇ ਕਈ MLA ਨੇ ਡਿਮਾਂਡ ਕੀਤੀ ਹੈ ਕਿ ਸਰਕਾਰ ਖੁਦ MSP ਦੇ ਦੇ, ਅਗਰ ਸਟੇਟ ਨਹੀਂ ਦਿੰਦਾ। All these issues will be discussed when the time comes. ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ it is we'll take issue by issue, step by step और वो स्टेप जब होंगे फिर उदों दसांगे ਤੁਹਾਨੂੰ। सीएम साहब सोनिया गांधी और राहुल गांधी ने कहा था कि कहते हैं ये केंद्र शासित राज्यों को इन बिलों के खिलाफ जाना चाहिए। जो आज ये है, क्या ये सोनिया गांधी और राहुल गांधी के मतलब की दिशा की तरफ जो उन्होंने कहा था संदेश दिया कि इसके खिलाफ जाना चाहिए, उसकी दिशा में है ये कदम? कैसे हाउ इज इट अगेंस्ट? हमारी कांग्रेस पार्टी ने फैसला किया है इन द पार्लियामेंट
टू अपोज दिस बिल्स ईवन अदरवाइज पार्टी फोरम के उपर और कांग्रेस पार्टी ने और सानू खुशी अज कि सारे पंजाब ने इन्हों इस गल को अपोज किया। ਲੇਕਿन ਸਰ ਬੀਜੇਪੀ ਨੇ ਅੱਜ ਬੀਜੇਪੀ ਦੇ 2 ਐਮਐਲਏ ਸੀਗੇ ਉਹ ਨਹੀਂ ਆਏ ਹੈਗੇ। ਉਹ ਫਿਰ ਬੀਜੇਪੀ ਨੇ ਤਾਂ ਆਪਣਾ ਹੀ ਉਹਨੇ ਤੇ ਦੂਜੇ ਬਿੱਲ ਨੇ ਤੁਹਾਡਾ ਕੀ ਖਿਆਲ ਹੈ ਉਹ ਆਉਣਗੇ ਉਰੇ? ਉਹਨਾਂ ਨੂੰ ਸਰਕਾਰ ਦੀ ਗੱਲ ਤਾਂ ਰੱਖਣੀ ਚਾਹੀਦੀ ਸੀ ਨਾ ਸੈਂਟਰ। ਦੇ ਨੈਵਰ ਇਵਨ ਅਟੈਂਡਡ ਦ ਸੈਸ਼ਨ। ਜਿੰਨਾ ਕਿਸਾਨੀ ਨਾਲ ਪਿਆਰ ਹੈ ਉਹ ਇਸ ਤੋਂ ਹੀ ਪਤਾ ਲੱਗ ਜੂ ਤੁਹਾਨੂੰ ਕਿ ਉਹ ਤਾਂ ਆਏ ਵੀ ਨਹੀਂ ਉੱਥੇ। ਕੈਪਟਨ ਸਾਹਿਬ ਇੱਕ ਜਿਹੜਾ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਵੀ ਭਾਰਤ ਸਰਕਾਰ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ, ਇਹਦੇ ਸੰਬੰਧ 'ਚ ਵੀ ਤੁਸੀਂ ਸਾਰੀ ਮੈਂ ਤਾਂ ਉਹਨਾਂ ਨੂੰ ਕਹਿਤਾ ਮੈਨੂੰ ਡਿਸਮਿਸ ਕਰਨ ਦੀ ਲੋੜ ਨਹੀਂ, ਜਦੋਂ ਤੁਹਾਨੂੰ ਮੇਰੀ ਲੋੜ ਹੈ ਮੇਰੇ ਜੇਬ 'ਚ ਪਿਆ ਹੁੰਦਾ ਮੈਂ ਤੁਹਾਨੂੰ ਜਾ ਕੇ ਦੇ ਦੂੰਗਾ ਰੈਜ਼ਿਗਨੇਸ਼ਨ। ਪਾਰਟੀਆਂ ਨਾਲ ਵੀ ਤੁਸੀਂ ਕੋਈ ਡਿਸਕਸ ਕਰ ਰਹੇ ਜੇ ਕੋਈ ਮੋਰਚਾ ਲਾਉਣ ਦਾ ਸਾਂਝੇ ਤੌਰ ਤੇ ਪੰਜਾਬ ਦਾ ਮੋਰਚਾ ਸੀ ਫਿਰ ਤੁਸੀਂ ਐਡਵਾਂਸ 'ਚ ਪੁੱਛੀ ਜਾਂਦੇ ਹੋ ਫਾਈਨਲ ਸਟੇਜ ਪਹਿਲਾਂ ਸ਼ੁਰੂ ਤਾਂ ਕਰ ਦਈਏ। ਲੇਕਿਨ ਅੱਜ ਕਿਸਾਨ ਵੀ ਕਾਫੀ ਖੁਸ਼ ਵੀ ਦਿਖਾਈ ਦਿੱਤੇ ਨੇ ਵੀ ਉਹਨਾਂ ਦੇ ਇਸ਼ੂ ਤੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਅੱਜ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਹੈਗੀ ਹੈ ਪੰਜਾਬ ਵਾਸਤੇ ਇੱਕ ਚੰਗਾ ਸ਼ਗਨ ਹੈ। I think this is the best thing that can happen for Punjab. ਪੰਜਾਬ ਦੇ ਮਸਲੇ ਬਹੁਤ ਨੇ, ਇੱਕ ਪਾਸੇ ਸਾਡੀ ਕਿਸਾਨੀ ਦਾ ਮਸਲਾ ਹੈ, ਇੱਕ ਪਾਸੇ ਇੰਡਸਟਰੀ ਹੈ, ਇੱਕ ਪਾਸੇ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਹੈ। ਸਾਰੀਆਂ ਚੀਜ਼ਾਂ ਸਾਡੇ ਪੰਜਾਬ ਦੇ ਨਾਲ ਸੰਬੰਧਿਤ ਨੇ। ਕਾਮਨ ਬਾਰਡਰ ਪਾਕਿਸਤਾਨ ਨਾਲ ਸਾਡਾ ਹੈ, ਇੱਕ ਚੀਜ਼ ਨਹੀਂ ਸਾਰੀਆਂ ਚੀਜ਼ਾਂ ਨੇ ਔਰ ਅਸੀਂ ਸਾਰੇ ਆਰ ਕੰਸਰਨਡ ਆਪਣੇ ਆਪਣੇ ਤੌਰ ਤੇ ਆਪਣੀ ਆਪਣੀ ਪਾਰਟੀਜ਼ ਦੀ ਸੋਚ ਹੈ। ਬਟ ਐਜ਼ ਫਾਰ ਐਜ਼ ਨੈਸ਼ਨਲ ਸਿਕਿਉਰਿਟੀ ਐਜ਼ ਫਾਰ ਐਜ਼ ਪੰਜਾਬ ਦੀ ਸਿਕਿਉਰਿਟੀ ਐਜ਼ ਪੰਜਾਬ ਦਾ ਫਿਊਚਰ ਇਹ ਸਾਰੇ ਮੇਰਾ ਖਿਆਲ ਅਸੀਂ ਇੱਕੋ ਪਲੇਟਫਾਰਮ ਤੇ। ਸਰ ਤੁਸੀਂ ਮੇਰਾ ਸਵਾਲ ਹੈ ਕਿ 35,000 ਕਰੋੜ ਦੇ ਕਰੀਬ ਕਣਕ 35,000 ਕਰੋੜ ਦੇ ਕਰੀਬ ਝੋਨਾ ਖਰੀਦਿਆ ਜਾਂਦਾ, ਅਗਰ ਸੈਂਟਰ ਹੱਥ ਪਿੱਛੇ ਖਿੱਚ ਲੈਂਦਾ ਜੋ ਸਾਰੇ ਕਿਸਾਨਾਂ ਨੂੰ ਸ਼ੱਕ ਮਿਲਦਾ ਤੇ ਫਿਰ ਸਟੇਟ ਗਵਰਨਮੈਂਟ ਦੇ ਕੋਲ ਕਿੱਥੋਂ ਪੈਸਾ ਆਏਗਾ? ਵਾਈ ਆਰ ਵੀ ਫਾਈਟਿੰਗ? ਅਸੀਂ ਲੜ ਕਿਉਂ ਰਹੇ ਹਾਂ? ਅਸੀਂ ਲੜੇ ਇਸ ਵਾਸਤੇ ਰਹੇ ਹਾਂ ਕਿ ਫਿਰ ਪੰਜਾਬ ਦੀ ਤੁਸੀਂ ਪੂਰੇ ਹਿੰਦੁਸਤਾਨ ਦੀ ਕਿਸਾਨੀ ਡੋਬ ਦਿਓਗੇ ਅਗਰ ਇਹ ਕੀਤਾ ਤਾਂ ਹੀ ਤਾਂ ਅਸੀਂ ਲੜ ਰਹੇ ਹਾਂ ਕਿ ਅੱਜ 36,000 ਕਰੋੜ ਦਾ ਤੁਹਾਡਾ ਝੋਨਾ ਆਉਣਾ ਹੈ, 25,000 ਕਰੋੜ ਤੁਹਾਡੇ ਕਣਕ ਆਉਂਦੀ ਹੈ 60 ਦਿਸ ਇਜ਼ ਆਲ ਹੈਜ਼ ਟੂ ਬੀ ਬੋਟ ਬਾਈ FCI ਥਰੂ ਦੀ MSP ਪ੍ਰੋਸੈਸ। ਅਗਰ ਤੁਸੀਂ ਉਹ ਖਤਮ ਹੀ ਕਰਤਾ ਫਿਰ ਤਾਂ ਤੁਸੀਂ ਹਿੰਦੁਸਤਾਨ ਦੀ ਕਿਸਾਨੀ ਮਾਰਤੇ। ਹੁਣ ਜਿਸ ਤਰ੍ਹਾਂ ਅੜੀਅਲ ਰਵੱਈਆ ਉਹਨਾਂ ਨੇ ਅਪਣਾਇਆ ਹੋਇਆ ਤੇ ਉਹਦਾ ਹੱਲ ਹੁਣ ਕੀ ਹੈਗਾ? ਹੁਣ ਦੇਖੋ ਲੈਟ ਅਸ ਸੀ ਇਟ ਕੈਨ ਨਾਟ ਬੀ ਕਿ ਗਵਰਨਮੈਂਟ ਆਫ ਇੰਡੀਆ ਪੂਰੇ ਪੰਜਾਬ ਦੀ ਆਵਾਜ਼ ਨੂੰ ਠੁਕਰਾ ਦੇ। ਸਰ ਇੱਕ ਲਾਅ ਐਂਡ ਆਰਡਰ ਪ੍ਰੋਬਲਮ ਵੱਲ ਗੱਲ ਵੱਧਦੀ ਜਾ ਰਹੀ ਹੈ, ਕੁਝ ਲੱਗ ਰਿਹਾ ਹੈ ਵੀ ਕਿਸਾਨ ਦੀ ਐਜੀਟੇਸ਼ਨ ਦੀ। No, I am totally against this। ਬਿਲਕੁਲ ਕੋਈ ਇਹੋ ਜਿਹੀ ਲਾਅ ਐਂਡ ਆਰਡਰ ਪ੍ਰੋਬਲਮ ਨਹੀਂ। ਮੇਰੀ ਤਾਂ ਅੱਜ ਕਿਸਾਨ ਯੂਨੀਅਨਸ ਨੂੰ ਇੱਕ ਅਪੀਲ ਵੀ ਹੈ ਕਿ ਤੁਸੀਂ ਜਿਹੜੇ ਆਪਣੇ ਧਰਨੇ ਲਾਉਣੇ ਹੋ ਦੈਟ ਇਜ਼ ਆਰ ਡੈਮੋਕ੍ਰੈਟਿਕ ਰਾਈਟ, ਸ਼ਾਰਟ ਨਾਲ ਕਰੋ ਲੇਕਿਨ ਟ੍ਰੇਨਾਂ ਨੂੰ ਤੁਸੀਂ ਚੱਲਣ ਦਿਓ। ਕਾਰਨ ਉਹਦੇ ਇਹ ਨੇ ਕਿ ਮੇਰੇ ਕੋਲ ਹੁਣ 2 ਯੂਨਿਟਸ ਤਾਂ ਬੰਦ ਹੋ ਗਏ ਪਾਵਰ ਦੇ। 2 ਯੂਨਿਟਸ ਕੋਲ ਇੱਕ ਦਿਨ ਦਾ ਪਾਵਰ ਹੈ, ਇੱਕ ਯੂਨਿਟ ਕੋਲ ਸਿਰਫ 2 ਯੂਨਿਟਸ ਨੇ ਜਿਨ੍ਹਾਂ ਦੇ ਕੋਲ ਕੋਈ 10-10 12-12 ਦਿਨ ਦੇ ਪਾਵਰ ਹੈ। ਵੀ ਵਿਲ ਨਾਟ ਹੈਵ ਪਾਵਰ, ਟਿਊਬਵੈਲ ਨਹੀਂ ਚੱਲਣਗੇ, ਇੰਡਸਟਰੀ ਨਹੀਂ ਚੱਲੂਗੀ, ਸਭ ਕੁਝ ਤੁਹਾਡਾ ਖਰਾਬ ਹੋ ਜੂ। ਨੰਬਰ 2 ਤੁਹਾਡੀ ਅਗਰ ਆਪਾਂ ਗੋਡਾਊਨਸ ਨਹੀਂ ਖਾਲੀ ਕਰਾਂਗੇ 50 ਲੱਖ ਟਨ ਮੇਰਾ ਝੋਨਾ ਆ ਗਿਆ ਮੰਡੀਆਂ ਦੇ ਵਿੱਚ, ਉਹ ਕਿੱਥੇ ਰੱਖਾਂਗੇ ਅਸੀਂ? ਸਾਡੇ ਕੋਲ ਕੋਈ ਰੱਖਣ ਨੂੰ ਜਗ੍ਹਾ ਨਹੀਂ ਹੈ। ਸੋ ਉਹਦਾ ਦੈਟ ਇਜ਼ ਵਾਈ ਟ੍ਰੇਨਾਂ ਨੂੰ ਤੁਸੀਂ ਚੱਲਣ ਦਿਓ ਔਰ ਫਿਰ ਤੁਹਾਡੇ ਕੋਲ ਆਪਣੇ ਕੋਲ ਯੂਰੀਆ ਉਨੀ ਜਿੰਨੀ ਰਿਕੁਆਇਰਮੈਂਟ ਹੈ ਸਾਡੀ ਉਹਦੇ 10% ਹੀ ਸਾਡੇ ਕੋਲ ਹੈ। ਵੀ ਡੋਂਟ ਹੈਵ ਯੂਰੀਆ। ਤਾਂ ਉਹ ਸਾਰੇ ਟ੍ਰੇਨਾਂ ਨਾਲ ਸੰਬੰਧਿਤ ਹੈ। ਬਾਕੀ ਡੈਮੋਕ੍ਰੈਟਿਕ ਰਾਈਟ ਹੈ ਉਹਨਾਂ ਦਾ, ਜੋ ਧਰਨੇ ਲਾਉਣੇ ਨੇ ਲਾਓ ਸ਼ੌਕ ਨਾਲ। CM ਸਾਹਿਬ ਅੱਜ 6 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਨ ਕਰਨਾ, ਲੇਕਿਨ ਇਹ ਕਿਹਾ ਜਾ ਰਿਹਾ ਕਿ ਜਿਹੜਾ ਅੱਜ ਕਿਸਾਨਾਂ ਬਾਰੇ ਜਿਹੜੇ ਬਿੱਲਾਂ ਨੂੰ ਲੈ ਕੇ ਵੀ ਉਹ ਕੋਈ ਨਾ ਕੋਈ ਪੰਜਾਬ ਉੱਤੇ ਟਿੱਪਣੀ ਕਰ ਸਕਦੇ ਨੇ ਕਿ ਅਸਲੀ ਹਮਦਰਦ ਉਹ ਸੀਗੇ, ਜਦਕਿ ਗੁੰਮਰਾਹਕੁਨ ਪ੍ਰਚਾਰ ਕਾਂਗਰਸ ਵੀ ਕਰ ਰਹੀ ਹੈ ਜਾਂ ਪੰਜਾਬ ਸਰਕਾਰ। ਤੁਸੀਂ ਮੋਦੀ ਜੀ ਨੂੰ ਬਰੀਫਿੰਗ ਦਿੱਤੀ ਹੈ ਤਾਂ ਉਹਨਾਂ ਨੂੰ ਕੀ ਪਤਾ ਕਿ ਕੀ ਬੋਲ ਕਿਹੜੇ ਸਬਜੈਕਟ ਤੇ ਬੋਲਣਗੇ? ਉਹਨਾਂ ਨੂੰ ਬੋਲਣ ਦਿਓ ਫਿਰ ਦੇਖਾਂਗੇ। ਸਰ ਜਿਹੜਾ ਤੁਸੀਂ ਬਿੱਲ ਪਾਸ ਕੀਤਾ ਉਸ ਬਿੱਲ ਦੇ ਵਿੱਚ ਮੰਨਦੇ ਕੈਪਟਨ ਸਾਹਿਬ, ਜੇ ਕਿਸਾਨ ਤੁਹਾਡੀ ਅਪੀਲ ਨਹੀਂ ਮੰਨਦੇ, ਨਹੀਂ ਰੇਲ ਗੱਡੀਆਂ ਨਹੀਂ ਚੱਲਣ ਦਿੰਦੇ, ਦੇਖੋ ਕਿਸਾਨ ਜਥੇਬੰਦੀਆਂ ਪੰਜਾਬ ਦੇ ਰਹਿਣ ਵਾਲੇ ਨੇ, ਪੰਜਾਬ ਦੇ ਜਥੇਬੰਦੀਆਂ ਨੇ, ਪੰਜਾਬ ਦੇ ਵਸਨੀਕ ਨੇ, ਉਹਨਾਂ ਨੂੰ ਸਾਰੇ ਪੰਜਾਬ ਨਾਲ ਪਿਆਰ ਹੈ, ਚਾਹੇ ਕਿਸਾਨੀ ਦੇ ਨਾਲ ਔਰ ਪੰਜਾਬ ਦੇ ਹੋਰ ਚੀਜ਼ਾਂ ਨਾਲ। ਕੋਵਿਡ ਦੇ ਸਮੇਂ 'ਚ ਜੈਸੇ ਲੁਧਿਆਣਾ ਮੈਂ ਤੁਹਾਨੂੰ ਦੱਸਦਾ ਸਾਡੇ ਕੋਲ 2,64,000 ਅੱਜ 2,34,000 ਅੱਜ ਇੰਡਸਟਰੀ ਸਾਡੀ ਖੁੱਲੀ ਹੈ ਔਰ ਸਾਡੇ 16 ਲੱਖ ਸਾਡੇ ਉੱਥੇ ਲੋਕ 15 ਪੁਆਇੰਟ ਸਮਥਿੰਗ ਲੱਖ ਲੋਕ ਲੱਗੇ ਹੋਏ ਨੇ
ਅਗਰ ਇੰਡਸਟਰੀ ਬੰਦ ਹੋ ਜਾਏ ਕੋਈ ਪੰਜਾਬ ਦਾ ਕਿਸਾਨ ਖੁਸ਼ ਹੋਗਾ? ਬਿਲਕੁਲ ਨਹੀਂ, ਨਾਟ Sir, ਐਟ ਆਲ। ਕਿਸਾਨਾਂ ਵੱਲੋਂ ਕੋਈ ਸਾਰਿਆਂ ਨੂੰ assurance- ਪੰਜਾਬ ਦਾ ਪਿਆਰ ਹੈ ਔਰ ਮੈਂ ਪੂਰਾ ਮੈਨੂੰ ਆਸ ਹੈ ਕਿ ਉਹ ਜਿਹੜੀ ਸਾਡੀ ਅਪੀਲ ਹੈ ਉਹ ਮੰਨਣਗੇ। ਸਰ ਹਾਲੇ ਤੱਕ ਅਸ਼ੋਰੈਂਸ ਆਈ ਕੋਈ ਕਿਸਾਨਾਂ ਵੱਲੋਂ? ਨਾ ਮੈਂ ਤਾਂ ਹੁਣੀ ਕੀਤੀ ਹੈ ਅਸੈਂਬਲੀ 'ਚ। CM Saab, you have said that there will be a 3 years imprisonment. There will be 3 years imprisonment if somebody buys the produce below MSP. Yeah. But that means, in a way, you are admitting that center will give MSP. Where? Yeah. In your Well, these are things that we have to see. We have to see whether they will do MSP or not. But the question is very simple, that if you do not have an MSP and there is no buyer, who's going to buy it? If it's Mr. Adani who's going to come to buy it and he doesn't pay the people what is the MSP price, then he'll have to go to jail for 3 years. ਸਰ ਜਿਹੜਾ ਵਿਧਾਨ ਸਭਾ ਵੱਲੋਂ ਅੱਜ ਬਿੱਲ ਪਾਸ ਕੀਤਾ ਗਿਆ ਜਿਸ ਸਟੇਟ ਲਿਸਟ ਦਾ ਜ਼ਿਕਰ ਕੀਤਾ ਗਿਆ ਤਾਂ GST ਦੀ ਮੀਟਿੰਗ ਵੀ ਤੁਸੀਂ ਅਟੈਂਡ ਕੀਤੀ ਹੈ ਤਾਂ ਜਿਹੜਾ ਫੈਡਰਲਿਜ਼ਮ ਦੀ ਜਾਂ ਸਟੇਟ ਰਾਈਟਸ ਦੀ ਗੱਲ ਹੋ ਰਹੀ ਹੈ ਤਾਂ ਜਿਹੜਾ ਇਹ ਬਿੱਲ ਅੱਜ ਪਾਸ ਕੀਤਾ ਗਿਆ ਉਹਦੇ ਵਿੱਚ ਜਿਹੜੀ ਫੈਡਰਲਿਜ਼ਮ ਅਸੀਂ ਆਪ ਹੀ ਗੱਲ ਅਸੀਂ ਅਸੈਂਬਲੀ 'ਚ ਚੱਕੀ ਸੀ। ਭੂਮਿਕਾ ਤੇ ਪੰਜਾਬ ਦੀ ਭੂਮਿਕਾ ਕੀ ਆ? There is a total breakdown of the federal structure. ਜੋ federal structure envisage ਹੋਇਆ ਸੀ in the constitution ਉਹ ਬਿਲਕੁਲ ਇਹਨਾਂ ਨੇ ਤੋੜ ਦਿੱਤੀ ਗਈ ਹੈ। ਸਾਡੇ ਕੋਲ ਵੀ ਹੈਵ no ਰਾਈਟਸ ਨਾਓ ਐਂਡ ਦਿਨ ਪਰ ਦਿਨ ਇਹ ਜਿਹੜੀ ਸਾਡੇ ਕਾਨੂੰਨ ਨੇ ਜਿਹਦੇ ਪਾਵਰਸ ਨੇ ਸਟੇਟ ਦੇ ਉਹ ਤੁਸੀਂ ਖਿੱਚ ਰਹੇ ਹੋ। ਨਾ ਤੁਸੀਂ ਅੱਜ ਟੈਕਸੇਸ਼ਨ ਕਰ ਸਕਦੇ ਹੋ, ਨਾ ਤੁਸੀਂ ਕਨਸਟੀਟਿਊਸ਼ਨਲ ਗਾਰੰਟੀ ਦੇ ਕੇ 7 ਮਹੀਨੇ ਦਾ ਤੁਸੀਂ GST ਨਹੀਂ ਦਿੱਤਾ ਜੋ ਤੀਜਾ ਫੇਜ਼ ਚੱਲ ਰਿਹਾ ਹੈ। ਵੀ ਆਰ ਆਲਰੇਡੀ ਡਿਊ 9,500 ਕਰੋੜ ਹਾਲੇ ਦੇ ਨਹੀਂ ਰਹੇ। ਸੋ ਇਫ ਜਦੋਂ ਇਹ ਕਨਸਟੀਟਿਊਸ਼ਨ ਜੋ ਇਹ ਹਾਲਾਤ ਬਣ ਰਹੇ ਨੇ so it is an unfortunate thing for the country. ਇਸ ਪੰਜਾਬ ਦਾ ਨਵਾਂ ਕਾਨੂੰਨ ਕੇਂਦਰ ਦੇ ਕਾਨੂੰਨ ਨੂੰ ਕਾਊਂਟਰ ਕਰਨ ਦੇ ਸਮਰੱਥ ਹੋਵੇਗਾ? ਦੇਖੋ ਅਸੀਂ ਰੱਦ ਕੀਤੇ ਨੇ ਗਵਰਨਮੈਂਟ ਆਫ ਇੰਡੀਆ ਦੇ, ਅਸੀਂ ਆਪਣੇ ਕਾਨੂੰਨ ਲਿਆਏ ਹੈ ਐਂਡ ਤੁਸੀਂ ਪੜ੍ਹ ਲਓ ਪਹਿਲਾਂ ਐਂਡ then you will get an idea ਅਸੀਂ ਕੀ ਹੈ ਉਹਦੇ ਵਿੱਚ। ਅਨਫੋਰਚੂਨੇਟਲੀ ਕੋਵਿਡ ਕਰਕੇ ਪ੍ਰੈਸ ਆ ਨਹੀਂ ਸਕੀ ਇਸ ਵਿਧਾਨ ਸਭਾ ਦੇ ਵਿੱਚ, ਨਹੀਂ ਤਾਂ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਣਾ ਸੀ ਉੱਥੇ। ਢਿੱਲੋਂ ਸਾਹਿਬ ਤੁਸੀਂ ਸੰਤੁਸ਼ਟ ਹੋ ਕਾਨੂੰਨਾਂ ਤੋਂ ਜਾਂ ਚੀਮਾ ਸਾਹਿਬ? ਦੇਖੋ ਅਸੀਂ CM ਸਾਹਿਬ ਜੋ ਬਿੱਲ ਲੈ ਕੇ ਆਏ ਸੀ ਅਸੀਂ ਇਨਵਨ ਦਬਕ ਇਹਨਾਂ ਦੇ ਹੱਕ ਦੇ ਵਿੱਚ ਸਪੋਰਟ ਕੀਤੀ ਆ ਕਿਉਂਕਿ ਅੱਜ ਫਰਜ਼ ਹੈ ਸਾਰੀਆਂ ਸਿਆਸੀ ਤਣਾਅ ਇੱਕ ਪਾਸੇ ਛੱਡ ਕੇ ਕਿਸਾਨੀ ਨਾ ਖੜਨ। ਔਰ ਮੈਂ ਨਰਿੰਦਰ ਮੋਦੀ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਤੂੰ ਪੰਜਾਬ ਨੂੰ ਬਹੁਤਾ ਛੋਟਾ ਸੂਬਾ ਨਾ ਸਮਝ। ਜਿੰਨੀਆਂ ਵੀ ਇਨਕਲਾਬ ਉੱਠੇ ਨੇ, ਜਿੰਨੀਆਂ ਵੀ ਜੋ ਕੁਝ ਲਹਿਰਾਂ ਉੱਠੀਆਂ ਨੇ ਪੰਜਾਬ 'ਚ ਉੱਠੀਆਂ ਨੇ ਉਹ ਸਿਰਫ ਛੋਟਾ ਸੂਬਾ ਸਮਝ ਕੇ ਇਹਨੂੰ ਇਗਨੋਰ ਕਰ ਰਿਹਾ। ਜੇ ਕਿਸਾਨੀ ਮਰ ਗਈ ਮੈਂ ਸਮਝਦਾ ਵੀ ਸਾਰੀ ਦੁਨੀਆ ਹੀ ਮਰ ਗਈ। ਇਹ ਜੇ ਪੰਜਾਬ ਦੇ ਵਿੱਚੋਂ ਆਹ ਹਾਲਾਤ ਬਣ ਗਏ ਇਹ ਚੰਗਿਆੜੀ ਬਾਕੀ ਸੂਬਿਆਂ ਦੇ ਵਿੱਚ ਵੀ ਜਾਊ। ਬਿਲਕੁਲ ਜੀ, ਅਸੀਂ ਸਰਬਸੰਮਤੀ ਦੇ ਨਾਲ ਜਿਹੜਾ ਹੈ ਕਾਨੂੰਨ ਪਾਸ ਕੀਤਾ ਹੈਗਾ। ਸਾਰੀਆਂ ਪਾਰਟੀ ਨੇ ਆਪਣੀ ਪਾਰਟੀ ਲਾਈਨ ਪਿੱਛੇ ਛੱਡ ਕੇ ਪੂਰੇ ਪੰਜਾਬ ਦੇ ਕਿਸਾਨ ਨਾਲ ਖੜਿਆ, ਖੇਤ ਮਜ਼ਦੂਰ ਨਾਲ ਖੜਿਆ, ਪੂਰੇ ਪੰਜਾਬੀਆਂ ਨਾਲ ਖੜਿਆ ਸੀ। ਸੋ ਅਸੀਂ ਜਿਹੜੀ ਆਪਣੀ ਪਾਰਟੀਬਾਜ਼ੀ ਪਿੱਛੇ ਆ, ਅਸੀਂ ਸਭ ਤੋਂ ਪਹਿਲਾਂ ਪੰਜਾਬ ਆ, ਕਿਸਾਨ ਆ। ਸੋ ਕਿਸਾਨ ਦੇ ਨਾਲ ਆ ਯੂਨਾਨੀਮਸਲੀ ਜਿਹੜਾ ਕਾਨੂੰਨ ਪਾਸ ਕੀਤਾ ਗਿਆ। ਪਰ ਤੁਸੀਂ ਸ਼ੰਕੇ ਜ਼ਾਹਰ ਕਰ ਰਹੇ ਸੀ ਵੀ ਕੈਪਟਨ ਸਰਕਾਰ ਮੋਦੀ ਸਰਕਾਰ ਨਾਲ ਫ੍ਰੈਂਡਲੀ ਮੈਚ ਖੇਡਦੀ ਹੈ ਰਾਤੋਂ ਰਾਤ। ਦੇਖੋ ਉਦੋਂ ਕਾਪੀਆਂ ਮਿਲੀਆਂ ਨਹੀਂ ਸੀ, ਅਸੀਂ ਕਾਪੀਆਂ ਦੀ ਮੰਗ ਕਰ ਰਹੇ ਸੀਗੇ। ਜਦੋਂ ਕਾਪੀਆਂ ਮਿਲ ਗਈਆਂ ਜਿਹੜੇ ਸਾਡੇ ਜਿਹੜੇ ਹੈ ਸ਼ੰਕੇ